अस्सलाम वालेकुम की हाल है मित्र प्यारे ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਹੈ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰ ਪਿਆਰਿਓ ਪ੍ਰੋਗਰਾਮ ਕੀ ਜਾਣਾ ਮੈਂ ਕੌਣ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਬਾਬਾ ਫਰੀਦ ਹੋਣਾ ਦੇ ਇੱਕ ਸ਼ੇਰ ਦੇ ਨਾਲ ਕਰਾਂਗੇ। ਉਹ ਕਹਿੰਦੇ ਨੇ ਕਿ ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਉਹ ਇਸ ਸ਼ੇਰ ਦੇ ਵਿੱਚ ਆ ਕਹਿੰਦੇ ਨੇ ਕਿ ਫਰੀਦਾ ਤੂੰ ਕਿੰਨਾ ਗਾਫਲ ਹੈ, ਤੇਰੇ ਅੰਦਰ ਰੱਬ ਵਸਦਾ ਹੈ। ਦਿਲ ਨੂੰ ਉਹਨਾਂ ਨੇ ਮਸੀਤ ਕਿਹਾ, ਆਪਣੇ ਮਨ ਨੂੰ ਉਹਨਾਂ ਨੇ ਮਸੀਤ ਕਿਹਾ। ਉਹ ਕਹਿੰਦੇ ਨੇ ਕਿ ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ। ਉਹ ਫਰੀਦਾ ਤੂੰ ਕਿੰਨਾ ਗਾਫਲ ਹੋ ਗਿਆ ਹੈ, ਉਹ ਬੰਦਿਆ ਤੂੰ ਕਿੰਨਾ ਗਾਫਲ ਹੋ ਗਿਆ ਹੈ, ਤੂੰ ਆਪਣੇ ਅੰਦਰ ਦੀ ਸਫਾਈ ਕਿਉਂ ਨਹੀਂ ਕਰਦਾ। ਹਾਲਾਂਕਿ ਬਾਬਾ ਫਰੀਦ ਹੋਰਾਂ ਦਾ ਜਿਹੜਾ ਰੁਤਬਾ ਹੈ ਉਹ ਦੇਖੋ ਕਿੰਨਾ ਹੈ। ਜਿੰਨੇ ਵੀ ਅੱਲਾ ਦੇ ਵਲੀ ਹੋਏ ਨੇ, ਜਿੰਨੇ ਵੀ ਬਜ਼ੁਰਗ ਹੋਏ ਨੇ, ਉਹਨਾਂ ਨੇ ਆਪਣੇ ਆਪ ਨੂੰ ਹਮੇਸ਼ਾ ਨਿਉ ਕੇ ਗੱਲ ਕੀਤੀ ਹੈ, ਆਪਣੇ ਆਪ ਨੂੰ ਹਮੇਸ਼ਾ ਮਾੜਾ ਆਖਿਆ ਹੈ, ਆਪਣੇ ਆਪ ਨੂੰ ਹਮੇਸ਼ਾ ਗੁਨਾਹਗਾਰ ਆਖਿਆ ਹੈ। ਤੇ ਅਸੀਂ ਦੇਖ ਲਓ ਕੀ ਕਰਨੇ ਆ, ਅਸੀਂ ਕੁਝ ਨਹੀਂ ਵੀ ਹੁੰਦੇ ਤੇ ਅਸੀਂ ਕਹਿੰਦੇ ਅਸੀਂ ਬੜੇ ਪਾਰਸ ਹਾਂ। ਖੈਰ ਆ ਗੱਲ ਹੋਰ ਪਾਸੇ ਟੁਰ ਜਾਏਗੀ। ਉਹ ਕਹਿੰਦੇ ਨੇ ਕਿ ਤੇਰਾ ਰੱਬ ਦੇ ਨਾਲ ਤਾਲੁਕ ਹੈ। ਜੇ ਤੂੰ ਕਹਿਣਾ ਹੁਣ ਜਿਹਦੇ ਨਾਲ ਬੰਦੇ ਦਾ ਤਾਲੁਕ ਹੋਵੇ ਨਾ, ਇੱਕ ਅੰਡਰਸਟੂਡ ਜੀ ਗੱਲ ਹੈ ਕਿ ਮੇਰਾ ਤਾਲੁਕ ਹੋਵੇ ਕਿਸੇ ਆਮ ਬੰਦੇ ਦੇ ਨਾਲ ਨਾ, ਤੇ ਮੈਂ ਉਹਨੂੰ ਮਿਲਣ ਵਾਸਤੇ ਜਾਵਾਂਗਾ ਨਾ, ਤੇ ਮੈਂ ਕਹਾਂਗਾ ਚੱਲ ਕੋਈ ਨਹੀਂ ਯਾਰ, ਜਿਵੇਂ ਦੇ ਕੱਪੜੇ ਪਾਏ ਨੇ ਨਾ, ਚੱਲ ਉਹਨੂੰ ਮਿਲ ਕੇ ਆਨੇ, ਗੱਪਸ਼ਪ ਲਾ ਕੇ ਆਨੇ। ਜੇ ਮੈਂ ਜਾਣਾ ਹੋਏਗਾ ਕਿਸੇ MNA MP ਦੀ ਦਾਵਤ ਦੇ ਉੱਤੇ, ਤੇ ਉੱਥੇ ਜਾ ਕੇ ਮੈਂ ਉਹਨਾਂ ਦੇ ਨਾਲ ਮਿਲਣਾ ਹੋਏਗਾ, ਤੇ ਫਿਰ ਮੈਂ ਕਹਾਂਗਾ ਨਹੀਂ ਯਾਰ ਜ਼ਰਾ ਡਰੈਸਿੰਗ ਅੱਛੀ ਹੋਣੀ ਚਾਹੀਦੀ ਹੈ, ਸਾਫ਼ ਸੁਥਰੇ ਕੱਪੜੇ ਹੋਣੇ ਚਾਹੀਦੇ ਨੇ। ਉੱਥੇ ਹੋਰ ਵੀ ਬੜੇ ਲੋਕ ਹੋਣਗੇ, ਉਹ ਲੈਵਲ ਦੇਖਣਾ ਕਿੰਨਾ ਅੱਛਾ ਹੈ, ਕਿੰਨਾ ਵੱਡਾ ਲੈਵਲ ਹੈ। ਤੇ ਇੰਝ ਹੀ ਜੇ ਕਿਸੇ ਵਜ਼ੀਰ ਦੇ ਨਾਲ ਮੇਰੀ ਹੋਈ ਮੁਲਾਕਾਤ, ਕਿਸੇ ਫਰਜ਼ ਕਰੋ ਬਾਦਸ਼ਾਹ ਦੇ ਨਾਲ ਹੋਵੇ, ਕਿਸੇ ਵਜ਼ੀਰ ਆਜ਼ਮ ਦੇ ਨਾਲ, ਸਦਰ ਦੇ ਨਾਲ, ਉਹ ਉਂਝ ਹੀ ਲੈਵਲ ਬੰਦੇ ਦਾ ਉੱਪਰ ਜਾਂਦਾ ਜਾਏਗਾ ਨਾ, ਤੇ ਉਹ ਓਨਾ ਹੀ ਕੌਨਸ਼ੀਅਸ ਹੋਏਗਾ ਇਹਨਾਂ ਸਾਰੇ ਮਾਮਲਾਤ ਨੂੰ ਲੈ ਕੇ ਕਿ ਮੇਰੇ ਕੋਲੋਂ ਕੋਈ ਗਲਤ ਗੱਲ ਨਾ ਮੂੰਹ 'ਚ ਨਿਕਲ ਜੇ, ਕਿ ਮੈਂ ਉਹਦੇ ਉੱਤੇ ਕੋਈ ਗਲਤ ਇੰਪ੍ਰੈਸ਼ਨ ਨਾ ਪਵੇ ਮੇਰਾ, ਮੈਂ ਅੱਛੀ ਨਾਪੀ ਤੁਲੀ ਗੱਲ ਕਰਾਂ। ਇੱਕ ਆਮ ਜੀ ਗੱਲ ਹੈ। ਤੇ ਹੁਣ ਜਿਹੜਾ ਰੱਬ ਹੈ, ਰੱਬ ਦਾ ਤੇ ਇਨਸਾਨ ਦਾ ਜਦੋਂ ਤਾਲੁਕ ਹੋ ਜਾਂਦਾ, ਉਹ ਉਸ ਵਜ੍ਹਾ ਤੋਂ, ਉਸ ਤਾਲੁਕ ਦੀ ਵਜ੍ਹਾ ਤੋਂ ਬਾਬਾ ਫਰੀਦ ਕਹਿ ਰਹੇ ਨੇ ਕਿ ਤੂੰ ਕਿੰਨਾ ਗਾਫਲ ਹੈ, ਤੂੰ ਆਪਣੇ ਅੰਦਰ ਦੀ ਸਫਾਈ ਨਹੀਂ ਕਰਦਾ। ਰੱਬ ਨੂੰ ਆ ਤੁਹਾਡੇ ਲਿਬਾਸ ਦੇ ਨਾਲ, ਇਹਨਾਂ ਸ਼ਾਵਾਂ ਦੇ ਨਾਲ ਨਹੀਂ ਹੈ, ਰੱਬ ਨੂੰ ਤੁਹਾਡੇ ਅੰਦਰ ਦੇ ਨਾਲ ਹੈ। ਅੰਦਰ ਕਿੰਨੀ ਸਫਾਈ ਹੈ। ਜੇ ਅੰਦਰ ਮੈਲਾ ਕੁਚੈਲਾ ਹੈ ਤੇ ਰੱਬ ਤੁਹਾਨੂੰ ਹਾਸਲ ਨਹੀਂ ਹੋ ਸਕਦਾ, ਰੱਬ ਸਾਨੂੰ ਹਾਸਲ ਨਹੀਂ ਹੋ ਸਕਦਾ। ਜੇ ਅੰਦਰ ਸਾਫ਼ ਹੈ, ਅੰਦਰ ਨੀਟ ਐਂਡ ਕਲੀਨ ਹੈ, ਅੰਦਰ ਬੜਾ ਸੋਹਣਾ ਹੈ, ਅੰਦਰ ਕੋਈ ਬੋਝ ਨਹੀਂ ਹੈ, ਕੋਈ ਠੱਗੀ ਨਹੀਂ ਹੈ, ਕੋਈ ਧੋਖਾ ਨਹੀਂ ਹੈ, ਕੋਈ ਝੂਠ ਨਹੀਂ ਹੈ, ਕੋਈ ਫਰੇਬ ਨਹੀਂ ਹੈ, ਫਿਰ ਅੰਦਰ ਸੋਹਣਾ ਹੈ। ਫਿਰ ਜਿਹੜਾ ਦਿਲ ਹੈ ਆ ਰੱਬ ਦਾ ਘਰ ਹੈ। ਰੱਬ ਕਹਿੰਦਾ ਕਿ ਨਾ ਮੈਂ ਸਾਰੀ ਦੁਨੀਆ 'ਚ ਸਮਾ ਸਕਦਾ, ਕਿੱਡੀ ਵੱਡੀ ਦੁਨੀਆ ਸਾਨੂੰ ਲੱਗਦੀ ਹੈ ਨਾ, ਨਾ ਮੈਂ ਅਸਮਾਨਾਂ 'ਤੇ ਸਮਾ ਸਕਦਾ, ਫਿਰ ਕਿੱਥੇ ਸਮਾ ਸਕਦਾ। ਰੱਬ ਫਰਮਾਉਂਦਾ ਹੈ ਕਿ ਮੈਂ ਮੂਮਨ ਦੇ ਦਿਲ ਵਿੱਚ ਸਮਾ ਜਾਂਦਾ, ਇੰਨਾ ਕਿ ਦਿਲ ਹੈ ਨਾ, ਉਹਦੇ 'ਚ ਰੱਬ ਸਮਾ ਜਾਂਦਾ। ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਉਹ ਕਮਲਿਆ ਤੂੰ ਲਾਈਆਂ ਕਿੱਥੇ ਨੇ, ਤੂੰ ਕਹਿਣਾ ਹੈ ਕਿ ਮੇਰੀ ਰੱਬ ਦੇ ਨਾਲ ਦੋਸਤੀ ਹੈ, ਮੈਨੂੰ ਰੱਬ ਤੋਂ ਚੰਗਾ ਕੋਈ ਨਹੀਂ ਲੱਗਦਾ, ਮੈਂ ਦੁਨੀਆ ਛੱਡਤੀ ਰੱਬ ਵਾਸਤੇ, ਮੈਂ ਰੱਬ ਦੀ ਲੁਕਾਈ ਦੀ ਖਿਦਮਤ ਕਰ ਰਿਹਾ, ਮੈਂ ਰੱਬ ਦੀ ਮਖਲੂਕ ਦੇ ਕੰਮ ਆ ਰਿਹਾ ਤਾਂ ਕਿ ਰੱਬ ਨੂੰ ਮੈਂ ਪਸੰਦ ਆ ਜਾਵਾਂ, ਤੇ ਅੰਦਰ ਤੂੰ ਮੈਲਾ ਕੁਚਾਲਾ ਲਈ ਫਿਰਦਾ। ਇਹ ਕਿਵੇਂ ਹੋ ਸਕਦਾ। ਤੁਸੀਂ ਮੈਨੂੰ ਆਹ ਦੱਸੋ ਕਿ ਜੇ ਅੰਦਰ ਮੈਲਾ ਕੁਚਾਲਾ ਹੋਵੇ, ਜੇ ਅੰਦਰ ਬੁਗਜ਼, ਝੂਠ, ਠੱਗੀ, ਫਰਾਡ, ਜੋ ਅਸੀਂ ਅੱਜ ਕੱਲ੍ਹ ਚੱਲਦਾ ਹੈ ਔਰ ਬੜੇ ਫਖਰ ਨਾਲ ਕਰਦੇ ਹਾਂ ਅਸੀਂ। ਅੱਜ ਕੱਲ੍ਹ ਹੁਣ ਰਮਜ਼ਾਨ ਸ਼ਰੀਫ ਚੱਲਦਾ ਪਿਆ ਨਾ, ਰੋਜ਼ੇ ਹੈ, ਤੇ ਛੁਰੀਆਂ ਲੰਮੀਆਂ ਕੀਤੀਆਂ ਹੋਈਆਂ, ਵੱਡੇ ਵੱਡੇ ਜਿਹੜੇ ਹਾਜੀ ਸਾਹਿਬ ਨੇ ਨਾ, ਉਹਨਾਂ ਦੀਆਂ ਛੁਰੀਆਂ ਉਨੀਆਂ ਲੰਮੀਆਂ ਨੇ। ਉਹਨਾਂ ਨੇ ਇਸ ਰਮਜ਼ਾਨ ਦੇ ਵਿੱਚ ਉਹਨਾਂ ਨੇ ਘਰ ਵਾਲਿਆਂ ਨੇ ਸਾਰਿਆਂ ਨੇ ਉਮਰੇ ਵੀ ਕਰਕੇ ਆਣੇ ਨੇ,
ਵੀ ਰਮਜ਼ਾਨ 'ਚ ਬਹੁਤਾ ਸਵਾਬ ਹੁੰਦਾ ਨਾ, ਤੇ ਉਹਨਾਂ ਨੇ ਉਹ ਆਣ ਕੇ ਜਿਹੜੇ ਉਮਰੇ ਦੇ ਪੈਸੇ ਲਾਏ ਨੇ ਨਾ, ਜਿਹੜਾ ਨਾਲ ਹਾਜੀ ਸਾਹਿਬ ਲਿਖਿਆ ਹੈ, ਉਹਨਾਂ ਨੇ ਆਣ ਕੇ ਪੈਸੇ ਵੀ ਕੱਢਣੇ ਨੇ। ਉਹ ਛੁਰੀਆਂ ਤਿੱਖੀਆਂ ਨਹੀਂ ਜੀ, ਇੰਨੇ 'ਚ ਵਾਰੀ ਨਹੀਂ ਖਾਂਦਾ। ਉਹ ਲੰਬਾ ਲੰਬਾ ਬੜਾ ਵੱਡਾ ਵੱਡਾ ਪ੍ਰੋਫਿਟ ਲੈ ਕੇ ਚੀਜ਼ਾਂ ਨੂੰ ਸੇਲ ਕਰਨਾ। ਤੇ ਫਿਰ ਅਸੀਂ ਕਹਿੰਦੇ ਹਾਂ ਜੀ ਕਿ ਰੱਬ ਸਾਡੇ ਤੋਂ ਰਾਜ਼ੀ ਹੋ ਜਾਏ। ਰੱਬ ਰਾਜ਼ੀ ਕਿਵੇਂ ਹੋਵੇ? ਸਾਡੇ ਕੰਮ ਤੇ ਹੈ ਹੀ ਨਹੀਂ, ਸਾਡੀਆਂ ਕਰਤੂਤਾਂ ਤੇ ਹੈ ਹੀ ਨਹੀਂ ਰੱਬ ਨੂੰ ਰਾਜ਼ੀ ਕਰਨ ਵਾਲੀ। ਅਸੀਂ ਆਪਦੇ ਹਮਸਾਏ ਦਾ ਕਦੀ ਖਿਆਲ ਨਹੀਂ ਰੱਖਿਆ। ਅਸੀਂ ਇਫਤਾਰੀ ਕਰਦੇ, ਉਹ ਲੰਬਾ ਚੌੜਾ ਦਸਤਰਖਾਨ ਹੁੰਦਾ ਨਾ, ਇੰਨੇ ਵੀ ਉਹਦੇ ਤੇ ਫਲ ਵੀ ਪਏ ਨੇ, ਉਹਦੇ ਤੇ ਕਸਟਰਡ ਵੀ ਪਿਆ, ਉਹਦੇ ਤੇ ਚਾਵਲ ਵੀ ਪਏ ਨੇ, ਉਹ ਮਤਲਬ ਤਰ੍ਹਾਂ ਤਰ੍ਹਾਂ ਦੀਆਂ, ਹਰ ਤਰ੍ਹਾਂ ਦੀਆਂ ਜਿਹੜੀਆਂ ਨਾ ਉੱਥੇ ਸਾਰੇ ਲਵਾਜ਼ਮਾਤ ਪਏ ਨੇ। ਰੱਬ ਦੀਆਂ ਨਿਅਮਤਾਂ ਪਈਆਂ ਨੇ, ਰੱਬ ਨਿਅਮਤਾਂ ਦੇ ਰਿਹਾ, ਰੱਬ ਦਾ ਸ਼ੁਕਰ ਹੈ। ਪਰ ਜਿਹੜਾ ਨਾਲ ਦਾ ਘਰ ਹੈ, ਪਤਾ ਨਹੀਂ ਉਹਨੇ ਖਜੂਰ ਨਾਲ ਵੀ ਇਫਤਾਰੀ ਕੀਤੀ ਹੈ ਕਿ ਨਹੀਂ ਕੀਤੀ, ਜਾਂ ਇਕੱਲਾ ਪਾਣੀ ਦਾ ਘੁੱਟ ਭਰਿਆ ਤੇ ਉਸ ਤੋਂ ਬਾਅਦ ਰੋਟੀ ਸ਼ੁਰੂ ਕਰਤੀ ਹੈ। ਸਾਲਣ ਵੀ ਘਰੇ ਪੱਕਿਆ ਕਿ ਨਹੀਂ ਪੱਕਿਆ? ਨਹੀਂ, ਸਾਡਾ ਹਮਸਾਇਆ ਜਿਹੜਾ ਨਾ ਬੜਾ ਅਣਖ ਵਾਲਾ, ਇਹਨੇ ਸਾਨੂੰ ਕਦੀ ਕਿਹਾ ਹੀ ਨਹੀਂ, ਕੰਮ ਹੀ ਨਹੀਂ ਆਖਿਆ ਨੇ ਕਦੀ ਸਾਨੂੰ। ਜੇ ਇਹਨੂੰ ਜ਼ਰੂਰਤ ਹੋਵੇ ਤੇ ਕਹਿ ਦੇਵੇ। ਅੱਲਾ ਦੇ ਬੰਦਿਓ, ਸਿਆਣੇ ਕਹਿੰਦੇ ਨੇ ਜੇ ਕਿਸੇ ਨੂੰ ਬੈਠਾ ਨਹੀਂ ਨਾ ਦਿਸਦਾ ਤੇ ਫਿਰ ਉਹਨੂੰ ਖੜਾ ਵੀ ਨਹੀਂ ਦਿਸਦਾ। ਤੁਸੀਂ ਆਪ ਖਿਆਲ ਰੱਖਣਾ ਹੈ। ਅਸੀਂ ਉਹਦਾ ਚੁਗਲੀਆਂ ਕਰਨ ਵਾਸਤੇ ਤੇ ਔਰਤਾਂ ਨੂੰ ਭੇਜ ਦਿੰਦੇ, ਜਰਾ ਵੇਖ ਕੇ ਉਧਰ ਕੀ ਮਾਮਲਾ ਚੱਲਦਾ ਪਿਆ ਨਾ। ਅਸੀਂ ਇਸ ਕੰਮ ਨੂੰ ਜਾਂਚਣ ਵਾਸਤੇ ਨਹੀਂ ਜਰਾ ਕਹਿ ਸਕਦੇ ਕਿ ਯਾਰ ਚੁੱਪਕੇ ਜੇ ਜਾ, ਜਰਾ ਹੌਲੀ ਜੇ, ਉਹਨਾਂ ਨੂੰ ਫੀਲ ਵੀ ਨਾ ਹੋਵੇ, ਪਤਾ ਵੀ ਨਾ ਲੱਗੇ ਵੀ ਉਹਨਾਂ ਨੂੰ ਵੇਖਣਾ ਹੀ ਹੈ ਘਰ ਕੁਛ ਹੈ ਕਿ ਨਹੀਂ ਹੈ। ਤੇ ਜੇ ਥੋੜਾ ਜਿਹਾ ਵੀ ਮਹਿਸੂਸ ਹੋਵੇ ਨਾ ਕਿ ਯਾਰ ਹਾਲਾਤ ਮਾੜੇ ਨੇ, ਤੇ ਉਹ ਖਿਆਲ ਕਰੋ ਉਹਨਾਂ ਨੂੰ ਬਹਾਨੇ ਦੇ ਨਾਲ ਉਹਨਾਂ ਦੇ ਬੱਚਿਆਂ ਨੂੰ ਕੋਈ ਨਾ ਕੋਈ ਸ਼ੈ ਦੇ ਕੇ ਆਓ, ਤਾਂ ਕਿ ਉਹ ਆਪਦਾ ਗੁਜ਼ਾਰਾ ਚੰਗਾ ਕਰ ਲੈਣ, ਹਨਾ। ਤੇ ਰੱਬ ਨੂੰ ਆਹ ਚੀਜ਼ਾਂ ਪਸੰਦ ਨੇ। ਰੱਬ ਨੂੰ ਆਹ ਪਸੰਦ ਨਹੀਂ ਹੈਗਾ ਕਿ ਤੂੰ ਬਹੁਤ ਸਫੈਦ ਕੁਰਤਾ ਪਾਇਆ ਜਨਾਬ, ਤੇ ਤੂੰ ਜਨਾਬ 5 ਵੇਲੇ ਨਮਾਜ਼ ਪੜ੍ਹਨ ਵਾਸਤੇ ਜਾ ਰਿਹਾ ਹੈ, ਜਨਾਬ ਤੂੰ ਰੋਜ਼ਾ ਰੱਖਿਆ ਹੈ ਬੜਾ ਬਿਹਤਰੀਨ, ਹੈ ਨਾ, ਲੱਸੀਆਂ ਵੀ ਪੀਤੀਆਂ ਨੇ, ਦਹੀਂ ਵੀ ਖਾਧੇ, ਤੇ ਜਨਾਬ ਤੂੰ ਏਸੀ ਥੱਲੇ ਬੈਠਾ ਹੈ, ਤੇ ਸਾਰਾ ਦਿਨ ਤੂੰ ਦੁਕਾਨਦਾਰੀ ਵੀ ਕਰਦਾ ਪਿਆ, ਲੋਕਾਂ ਨੂੰ ਛੁਰੀਆਂ ਵੀ ਫੇਰੀ ਜਾ ਰਿਹਾ ਹੈ, ਤੇ ਸ਼ਾਮ ਨੂੰ ਤੂੰ ਅਫਤਾਰੀ ਕੀਤੀ, ਜਿਹੜੇ ਨਾਲ ਦੇ ਮੁਲਾਜ਼ਮ ਨੇ ਉਹਨਾਂ ਨੇ ਅਫਤਾਰੀ ਕਰਵਾਈ। ਚਲੋ ਆਹ ਸਾਰੇ ਕੰਮ ਠੀਕ ਨੇ, ਨਮਾਜ਼ਾਂ ਰੋਜ਼ੇ ਹਰ ਚੀਜ਼ ਠੀਕ ਹੈ, ਪਰ ਜਿਹੜੇ ਸਾਡੇ ਉੱਤੇ ਹਕੂਕ ਨੇ ਲੋਕਾਂ ਦੇ, ਜਿਹੜਾ ਸਾਡੇ ਉੱਤੇ ਸਾਡੇ ਹਮਸਾਇਆਂ ਦਾ ਹੱਕ ਹੈ, ਸਾਡੇ ਆਲ ਦੁਆਲ ਦਾ ਹੱਕ ਹੈ, ਉਹ ਕਿਹਨੇ ਪੂਰਾ ਕਰਨਾ? ਰੱਬ ਆਪਦੇ ਮਾਮਲਾਤ ਤੇ ਜਿਹੜੇ ਨੇ ਨਾ ਉਹ ਮਾਫ ਕਰ ਦੇਗਾ। ਉਹ ਬੜਾ ਰਹੀਮ ਤੇ ਕਰੀਮ ਹੈ। ਗਫਲਤ ਹੁੰਦੀ, ਹਰ ਇਨਸਾਨ ਗਫਲਤ ਨਾਲ ਭਰਿਆ ਹੈ, ਉਹ ਮਾਫ ਕਰ ਦੇਗਾ। ਪਰ ਜਿਹੜੇ ਉਹਦੀ ਮਖਲੂਕ ਦੇ ਨਾਲ ਅਸੀਂ ਜ਼ਿਆਦਤੀਆਂ ਕੀਤੀਆਂ ਨੇ ਨਾ, ਉਹ ਨਹੀਂ, ਰੱਬ ਨੇ ਕਹਿਣਾ ਵੀ ਉਹਦੇ ਕੋਲੋਂ ਮਾਫੀ ਮੰਗ ਕੇ ਆ, ਤੇ ਫਿਰ ਮੈਂ ਮਾਫ ਕਰ ਦੇਂਗਾ, ਮੈਨੂੰ ਕੋਈ ਮਸਲਾ ਨਹੀਂ, ਤੇਰਾ ਤੇ ਉਹਦਾ ਮਾਮਲਾ ਹੈ, ਉਹ ਆਪੇ ਹੱਲ ਕਰ ਲਓ। ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਗਨੋਰ ਕਰ ਦਿੰਦੇ ਹਾਂ, ਸਾਡੇ ਵਾਸਤੇ ਬੜੀਆਂ ਮਾਈਨਰ ਜਿਹੀਆਂ ਹੁੰਦੀਆਂ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੂ ਕੋਲੋਂ ਕਿਸੇ ਨੇ ਪੁੱਛਿਆ ਨਾ ਕਿ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ, ਤੇ ਹਜ਼ਰਤ ਅਲੀ ਕਹਿੰਦੇ ਨੇ ਕਿ ਸਭ ਤੋਂ ਵੱਡਾ ਗੁਨਾਹ ਉਹ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਆ ਬਹੁਤ ਛੋਟਾ ਗੁਨਾਹ ਹੈ। ਕਿੱਡੀ ਵੱਡੀ ਗੱਲ ਕੀਤੀ ਉਹਨਾਂ ਨੇ ਕਿ ਜਿਹੜੇ ਕਿਸੇ ਕੋਲ ਵੱਡੇ ਗੁਨਾਹ ਕੀਤੇ ਹੋਣਗੇ ਨਾ, ਅਸੀਂ ਉਹਨਾਂ ਤੇ ਮਾਫੀ ਮੰਗ ਲਾਂਗੇ, ਜਿਹੜੇ ਛੋਟੇ ਗੁਨਾਹ ਉਹ ਜ਼ਿਹਨ 'ਚ ਵੀ ਨਹੀਂ ਹੁੰਦੇ, ਬੰਦਾ ਕਹਿੰਦਾ ਨਹੀਂ ਮੰਮਾ ਰੂਟੀਨ ਦੀ ਗੱਲ ਹੈ, ਉਹਦੀ ਅਸੀਂ ਮਾਫੀ ਇਤਲਾਫ ਹੀ ਨਹੀਂ ਕਰਨੀ, ਉਹ ਸਭ ਤੋਂ ਵੱਡਾ ਗੁਨਾਹ ਬਣ ਜਾਣਾ। ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ। ਗੱਲਾਂ ਹੋਰ ਦੀ ਹੋਰ ਪਾਸੇ ਟੁਰ ਪੈਂਦੀਆਂ ਨੇ। ਹਰ ਮਾਮਲਾ ਜਿਹੜਾ ਹੈ ਦੂਸਰੇ ਮਾਮਲੇ ਦੇ ਨਾਲ ਜੁੜਿਆ ਹੁੰਦਾ ਹੈ, ਹਰ ਗੱਲ ਦੂਸਰੀ ਗੱਲ ਦੇ ਨਾਲ ਜੁੜੀ ਹੁੰਦੀ ਹੈ, ਉਹ ਫਿਰ ਜ਼ਿਹਨ 'ਚ ਢੇਰ ਸਾਰੀਆਂ ਗੱਲਾਂ ਆ ਜਾਂਦੀਆਂ ਨੇ। ਹੋਰ ਵੀ ਬਹੁਤ, ਆ ਵੀਡੀਓ ਬਹੁਤ ਲੰਬੀ ਹੋ ਸਕਦੀ ਹੈ, ਅਬ ਸ਼ਾਇਦ ਅਗਰ ਮੈਂ ਘੰਟਾ ਡੇਢ ਘੰਟੇ ਦੀ ਵੀਡੀਓ ਐਵੇਂ ਆਰਾਮ ਨਾਲ ਬਣ ਸਕਦੀ, ਇੰਨੀਆਂ ਗੱਲਾਂ ਨੇ ਆਪਣੇ ਮਨ ਨੂੰ ਸਾਫ਼ ਕਰਨ ਦੇ ਨਾਲ ਜਿਹੜੀਆਂ ਰਿਲੇਟ ਕਰਦੀਆਂ ਨੇ। ਅਸੀਂ ਆਪਣੇ ਮਨ ਨੂੰ ਸਾਫ਼ ਕਰਨਾ, ਆਪਣੇ ਅੰਦਰ ਨੂੰ ਸਾਫ਼ ਕਰਨਾ। ਜਦੋਂ ਅੰਦਰ ਸੋਹਣਾ ਹੋਏਗਾ ਨਾ, ਅੰਦਰ ਸਾਫ਼ ਹੋਏਗਾ, ਯਕੀਨ ਕਰੋ ਕਿ ਬਾਹਰ ਵੀ ਸਾਫ਼ ਹੋ ਜਾਏਗਾ, ਬਾਹਰ ਵੀ ਸੋਹਣਾ ਹੋਣਾ ਸ਼ੁਰੂ ਹੋ ਜਾਏਗਾ। ਅਸੀਂ ਅੰਦਰ ਝਾੜੂ ਦਈਏ, ਪਹਿਲੇ ਅੰਦਰ ਮਾਂਜਾ ਲਾਈਏ, ਅੰਦਰ ਬੌਕਰ ਫੇਰੀਏ,
ਜਿਹੜਾ ਮੈਲ ਕੁਚੈੜਾ ਗੰਦ ਹੈ ਕੱਢ ਕੇ ਬਾਹਰ ਸੁੱਟੀਏ, ਕਿਉਂਕਿ ਸਾਡਾ ਤਾਲੁਕ ਜਿਹੜਾ ਹੈ ਜਿਹਨੂੰ ਅਸੀਂ ਮੰਨਦੇ ਹਾਂ ਉਹ ਰੱਬ ਤਾਲਾ ਹੈ, ਤੇ ਅੱਲਾ ਪੂਰੀ ਕਾਇਨਾਤ ਤੋਂ ਵੱਡਾ ਹੈ, ਪੂਰੀ ਕਾਇਨਾਤ ਤੋਂ ਸੋਹਣਾ ਹੈ, ਪੂਰੀ ਕਾਇਨਾਤ ਦਾ ਮਾਲਕ ਹੈ। ਤੇ ਜਦੋਂ ਪੂਰੀ ਕਾਇਨਾਤ ਦੇ ਮਾਲਕ ਨਾਲ ਤੁਹਾਡਾ ਰਿਸ਼ਤਾ ਹੋਵੇ ਨਾ, ਫੇਰ ਆ ਜਿਹੜੀਆਂ ਠੱਗੀਆਂ ਫਰਾਡੀਆਂ ਇਹਨਾਂ ਨੂੰ ਪਰੇ ਕਰਨਾ ਚਾਹੀਦਾ। ਆ ਪਰੇ ਕਰੋਗੇ ਤੇ ਫੇਰ ਗੱਲ ਬਣਨੀ ਹੈ, ਸਿੱਧਾ ਸਿੱਧਾ ਸਿੱਧੇ ਸਿੱਧੇ ਮਾਮਲਾਤ। ਰੱਬ ਆਪ ਵੀ ਸੱਚਾ ਹੈ, ਸੱਚ ਦਾ ਨਾਂ ਹੀ ਰੱਬ ਹੈ। ਰੱਬ ਸੱਚ ਨੂੰ ਪਸੰਦ ਕਰਦਾ ਹੈ, ਰੱਬ ਸੱਚੀ ਗੱਲ ਨੂੰ ਪਸੰਦ ਕਰਦਾ ਹੈ। ਉਹਨੇ ਜੋ ਵੀ ਕਿਹਾ ਹੈ ਕੁਰਾਨ ਪਾਕ ਦੇ ਵਿੱਚ ਆਖਿਆ ਹੈ, ਆਪਦੇ ਪੈਗੰਬਰਾਂ ਦੇ ਜ਼ਰੀਏ ਪੈਗਾਮ ਜੋ ਹੈ ਸਾਰਾ 100% ਸੱਚ ਹੈ, ਤੇ ਉਹਨੂੰ ਸੱਚ ਸੁਣਨਾ ਚੰਗਾ ਲੱਗਦਾ ਹੈ। ਉਹਨੂੰ ਸੱਚੇ ਲੋਕ ਪਸੰਦ ਨੇ, ਸੱਚੇ ਤੇ ਸੁੱਚੇ ਲੋਕ ਪਸੰਦ ਨੇ। ਦੁਆ ਕਰਨੇ ਆ ਕਿ ਸੋਹਣਾ ਸਹੀ ਸਾਨੂੰ ਵੀ ਅੰਦਰੋਂ ਪਾਕ ਕਰ ਦੇਵੇ, ਸਾਨੂੰ ਵੀ ਸਾਡੇ ਵੀ ਅੰਦਰੋਂ ਮੈਲ ਕੁਚੈਲ ਲਾ ਦੇਵੇ। ਪਰ ਉਹਦੇ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਪੈਣੀ। ਅਸੀਂ ਕੋਸ਼ਿਸ਼ ਕਰਾਂਗੇ, ਮੈਲ ਕੁਚੈਲ ਵੀ ਲੱਥ ਜਾਏਗੀ, ਅਸੀਂ ਸੱਚੇ ਤੇ ਸੁੱਚੇ ਵੀ ਹੋ ਜਾਵਾਂਗੇ। ਤੇ ਰੱਬ ਨੂੰ ਜੇ ਪਸੰਦ ਆ ਗਿਆ ਨਾ, ਯਕੀਨ ਕਰੋ ਕਿ ਇਹ ਦੁਨੀਆ ਬਿਲਕੁਲ ਮਾਈਨਰ ਦੀ ਲੱਗਣੀ ਹੈ ਸਾਨੂੰ, ਇਹਦੀ ਕੋਈ ਵੈਲਿਊ ਨਹੀਂ ਹੈ। ਬਹੁਤ ਮਾਈਨਰ ਜੀ, ਬਹੁਤ ਛੋਟੀ, ਬਹੁਤ ਹਕੀਰ ਜੀ ਲੱਗਣੀ ਹੈ ਸਾਨੂੰ, ਕਿਉਂਕਿ ਸਾਨੂੰ ਤਾਂ ਰੱਬ ਮਿਲ ਚੁੱਕਿਆ ਹੋਣਾ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਹੈ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।